ਗੁਰੂ ਅਰਜਨ ਦੇਵ ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ, ਜਿਨ੍ਹਾਂ ਨੇ 17ਵੀਂ ਸਦੀ ਦੇ ਸ਼ੁਰੂ ਵਿੱਚ ਜੇਠ ਮਹੀਨੇ ਦੀ ਕੜਕਦੀ ਗਰਮੀ ਵਿੱਚ ਉਬਲਦੀ ਦੇਗ ਵਿੱਚ ਬੈਠ ਤੱਤੇ ਤਵੇ ਤੇ ਆਸਣ ਲਾ ਲਾਲ ਭਖ ਦੀ ਰੇਤ ਕੋਮਲ ਸਰੀਰ ਤੇ ਪਵਾ ਕੇ ਸ਼ਹੀਦਾਂ ਦੇ ਇਤਿਹਾਸ ਵਿੱਚ ਇੱਕ ਅਜਿਹੇ ਕਾਂਡ ਦਾ ਵਾਧਾ ਕੀਤਾ, ਜਿਸ ਕਰਕੇ ਆਪ ਨੂੰ ਸ਼ਹੀਦਾਂ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ। ਲੜਾਈ ਕਰਦਿਆਂ ਤਲਵਾਰ ਜਾਂ ਗੋਲੀ ਖਾ ਕੇ ਮਰ ਜਾਣਾ ਸੌਖਾ ਹੈ, ਫਾਂਸੀ ਦਾ ਰੱਸਾ ਗਲ ਪਵਾ ਕੇ ਸ਼ਹੀਦੀ ਪ੍ਰਾਪਤ ਕਰਨੀ ਵੀ ਸੌਖੀ ਹੈ, ਪਰ ਸਰੀਰ ਉੱਤੇ ਕਈ ਤਰ੍ਹਾਂ ਦੇ ਕਸ਼ਟ ਲਗਾਤਾਰ ਸਹਿਣੇ ਬੜੇ ਔਖੇ ਹਨ। ਕਾਫੀ ਸਮਾਂ ਗਰਮ ਉਬਲਦੇ ਪਾਣੀ ਵਿੱਚ ਬੈਠਣਾ, ਲੋਹੇ ਦੇ ਤਵੇ ਤੇ ਬੈਠ ਕੇ ਹੌਲੀ ਹੌਲੀ ਸੜਨਾ ਤੇ ਅੱਤ ਦੀ ਗਰਮੀ ਵਿੱਚ ਗਰਮ ਰੇਤ ਸਰੀਰ ਉੱਤੇ ਪਵਾਉਣੀ ਇਤਨੀ ਵੱਡੀ ਕੁਰਬਾਨੀ ਹੈ, ਜਿਸ ਦੀ ਮਿਸਾਲ ਦੁਨੀਆ ਦਾ ਇਤਿਹਾਸ ਹੋਰ ਕਿਧਰੇ ਪੈਦਾ ਨਹੀਂ ਕਰ ਸਕਿਆ। ਜਿੱਥੋਂ ਤੱਕ ਸਿੱਖ ਧਰਮ ਦਾ ਸੰਬੰਧ ਹੈ, ਇਸ ਸ਼ਹੀਦੀ ਨੇ ਇਨਕਲਾਬ ਲੈ ਆਂਦਾ ਤੇ ਇਸ ਪਿੱਛੋਂ ਸਿੱਖ ਧਰਮ ਦੇ ਰੂਪ ਵਿੱਚ ਚੱਲ ਰਹੀ ਲੋਕ ਲਹਿਰ ਨੇ ਇੱਕ ਅਜਿਹਾ ਰੂਪ ਧਾਰਨ ਕੀਤਾ ਕਿ ਇਹ ਸੰਤ ਸਿਪਾਹੀਆਂ ਦਾ ਜਥਾ ਬਣ ਗਿਆ। ਨਾਮ ਜਪਣ ਤੇ ਆਤਮਾ ਦੇ ਪ੍ਰਮਾਤਮਾ ਨਾਲ ਮੇਲ ਦੇ ਉਪਰਾਲੇ ਕਰਨ ਵਾਲਿਆਂ ਨੇ ਤਲਵਾਰ ਦੇ ਦਸਤੇ ਤੇ ਵੀ ਹੱਥ ਰੱਖ ਲਿਆ ਤੇ ਇਸ ਸ਼ਹੀਦੀ ਤੋਂ ਅਜਿਹੀ ਪ੍ਰੇਰਨਾ ਪ੍ਰਾਪਤ ਕੀਤੀ ਕਿ ਦੇਸ਼ ਦਾ ਇਤਿਹਾਸ ਪਲਟ ਕੇ ਰੱਖ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਮੁਤਾਬਕ 19 ਵਿਸਾਖ ਸੰਮਤ 1620 ਨੂੰ ਗੋਇੰਦਵਾਲ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਉਦੋਂ ਗੁਰੂ ਅਮਰਦਾਸ ਜੀ ਜਗਤ ਕਲਿਆਣ ਲਈ ਉਪਰਾਲੇ ਕਰ ਰਹੇ ਸਨ। ਉਹਨਾਂ ਆਪਣੇ ਇਸ ਦੋਹਤਰੇ ਦੇ ਸੰਤ ਸਰੂਪ ਤੇ ਹੋਣਹਾਰ ਹੋਣ ਨੂੰ ਅਨੁਭਵ ਕਰ ਲਿਆ ਤੇ ਕਿਹਾ ਸੀ, ਦੋਹਿਤਾ ਬਾਣੀ ਦਾ ਬੋਹਿਥਾ। ਇਹਨਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਬਣ ਕੇ ਲੋਕਾਂ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਨ ਲਈ ਬਹੁਤ ਸਾਰੀ ਬਾਣੀ ਰਚਣਗੇ। ਇਹ ਭਵਿੱਖ ਬਾਣੀ ਠੀਕ ਸਿੱਧ ਹੋ ਗਈ ਤੇ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀ ਬਾਣੀ ਰਚੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਦੀ ਬਾਣੀ ਦੂਜੇ ਸਾਰੇ ਗੁਰੂ ਸਾਹਿਬਾਨ ਤੇ ਭਗਤਾਂ ਨਾਲੋਂ ਵਧੇਰੇ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਆਯੂ ਦੇ ਪਹਿਲੇ 11 ਸਾਲ ਗੋਇੰਦਵਾਲ ਵਿੱਚ ਹੀ ਗੁਜ਼ਾਰੇ। ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਤਾਂ ਉਸ ਪਿੱਛੋਂ ਸਾਰਾ ਪਰਿਵਾਰ ਗੁਰੂ ਕੇ ਚੱਕ ਚਲਾ ਗਿਆ। ਅੱਜ ਕੱਲ੍ਹ ਇਸੇ ਥਾਂ ਨੂੰ ਅੰਮ੍ਰਿਤਸਰ ਕਿਹਾ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸੁਰਤ ਸੰਭਾਲਦਿਆਂ ਹੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਮੁਕਤੀ ਦਾਤਾ ਗੁਰੂ ਸਮਝ ਕੇ ਉਹਨਾਂ ਦੀ ਸੇਵਾ ਕਰਦੇ ਤੇ ਆਗਿਆ ਪਾਲਦੇ ਰਹੇ। ਚੰਗੀ ਵਿੱਦਿਆ ਪ੍ਰਾਪਤ ਕੀਤੀ ਤੇ ਨਾਮ ਵਿੱਚ ਹਰ ਸਮੇਂ ਲੀਨ ਰਹਿਣ ਲੱਗ ਪਏ। ਇਸ ਤਰ੍ਹਾਂ ਨਾਨਾ ਜੀ ਤੇ ਪਿਤਾ ਮਾਤਾ ਦੇ ਸਾਰੇ ਗੁਣ ਆਪ ਨੂੰ ਪ੍ਰਾਪਤ ਹੋ ਗਏ। ਆਪ ਸ਼ਾਂਤ ਚਿੱਤ, ਸਤੋਗੁਣੀ ਸੁਭਾਅ ਵਾਲੇ, ਆਤਮ ਤੱਤ ਦੇ ਵੇਤਾ ਤੇ ਪੂਰਨ ਬ੍ਰਹਮ ਗਿਆਨੀ ਸਨ। 16 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਪਿੰਡ ਮਊ ਜ਼ਿਲ੍ਹਾ ਜਲੰਧਰ ਦੇ ਵਸਨੀਕ ਸ਼੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਗੰਗਾ ਦੇਵੀ ਨਾਲ ਹੋ ਗਿਆ। ਕਾਫੀ ਸਾਲਾਂ ਪਿੱਛੋਂ ਆਪ ਦੇ ਘਰ ਇੱਕ ਲੜਕੇ ਨੇ ਜਨਮ ਲਿਆ, ਜੋ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਅਖਵਾਏ। ਗੁਰੂ ਅਰਜਨ ਦੇਵ ਜੀ ਦੇ 2 ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਜੀ ਸਨ। ਗੁਰੂ ਘਰ ਦੇ ਪ੍ਰਬੰਧ ਦਾ ਬਹੁਤਾ ਕੰਮ ਪ੍ਰਿਥੀ ਚੰਦ ਜੀ ਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ। ਉਹ ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ। ਵੱਡੀ ਗੱਲ ਉਹਦੇ ਮਨ ਵਿੱਚ ਇਹ ਸੀ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੱਦੀ ਦਾ ਹੱਕਦਾਰ ਹਾਂ, ਪਰ ਅਸਲ ਵਿੱਚ ਇਹ ਗੱਲ ਨਹੀਂ ਸੀ। ਗੱਦੀ ਦਾ ਹੱਕਦਾਰ ਤਾਂ ਗੁਣਵਾਨ ਨੇ ਹੋਣਾ ਸੀ,
ਜੀਵਨ ਕਮਾਈ ਆਪਣੀ ਯੋਗਤਾ ਤੇ ਧੁਰੋਂ ਲੈ ਕੇ ਆਏ ਪ੍ਰਤਿਭਾ ਸਦਕਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ 1 ਸਤੰਬਰ 1581 ਈਸਵੀ ਨੂੰ ਮਿਲ ਗਈ। ਕਈ ਵਾਰ ਹੋਈ ਪ੍ਰੀਖਿਆ ਵਿੱਚ ਗੁਰੂ ਅਰਜਨ ਦੇਵ ਜੀ ਹੀ ਪੂਰੇ ਉਤਰੇ ਸਨ, ਇਸ ਲਈ ਉਹਨਾਂ ਦੀ ਚੋਣ ਕੁਦਰਤੀ ਤੌਰ 'ਤੇ ਠੀਕ ਸੀ। ਗੁਰਿਆਈ ਪ੍ਰਾਪਤ ਹੋਣ ਤੋਂ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਰਾਮਦਾਸਪੁਰ ਅੱਜ ਕੱਲ੍ਹ ਅੰਮ੍ਰਿਤਸਰ ਵਿੱਚ ਪੱਕੀ ਰਿਹਾਇਸ਼ ਰੱਖ ਕੇ ਸਰੋਵਰ ਦੀ ਸੇਵਾ ਤੇਜ਼ ਕਰ ਦਿੱਤੀ ਤੇ ਸ਼ਹਿਰ ਨੂੰ ਉਸਾਰਨਾ ਆਰੰਭ ਕਰ ਦਿੱਤਾ। ਸੰਗਤਾਂ ਨੇ ਤਨ ਮਨ ਤੇ ਧਨ ਨਾਲ ਸੇਵਾ ਸ਼ੁਰੂ ਕਰ ਦਿੱਤੀ। ਪ੍ਰਿਥੀ ਚੰਦ ਨੇ ਰਾਹ ਵਿੱਚ ਰੋੜੇ ਅਟਕਾਉਣ ਦਾ ਬੜਾ ਯਤਨ ਕੀਤਾ। ਬਾਹਰੋਂ ਆਈ ਮਾਇਆ ਨੂੰ ਉਹ ਗੁਰੂ ਸਾਹਿਬ ਤੱਕ ਅਪੜਨ ਤੋਂ ਪਹਿਲਾਂ ਹੀ ਸਾਂਭ ਲੈਂਦਾ। ਗੁਰੂ ਅਰਜਨ ਦੇਵ ਜੀ ਨੂੰ ਆਰਥਿਕ ਔਂਕੜਾਂ ਆਈਆਂ, ਪਰ ਉਹਨਾਂ ਨੇ ਲੰਗਰ ਤੇ ਸੰਗਤ ਦੀ ਸੇਵਾ ਵਿੱਚ ਕੋਈ ਕਸਰ ਨਾ ਪੈਣ ਦਿੱਤੀ। ਭਾਈ ਗੁਰਦਾਸ ਜੀ ਉਹਨਾਂ ਦਿਨਾਂ ਵਿੱਚ ਆਗਰੇ ਪ੍ਰਚਾਰ ਕਰ ਰਹੇ ਸਨ। ਜਦੋਂ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਤਾਂ ਪ੍ਰਿਥੀ ਚੰਦ ਦੀਆਂ ਮਾੜੀਆਂ ਕਾਰਵਾਈਆਂ ਦੇਖ ਕੇ ਇੱਥੇ ਹੀ ਠਹਿਰ ਗਏ ਤੇ ਗੁਰ ਅਸਥਾਨ ਦੇ ਪ੍ਰਬੰਧ ਵਿੱਚ ਜੁਟ ਗਏ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਵੱਧ ਗਈ। ਪੰਜਾਬ ਦੇ ਹਰ ਨਗਰ ਵਿੱਚ ਤਾਂ ਕਾਫੀ ਸਿੱਖ ਹੋ ਹੀ ਗਏ, ਪਰ ਪੰਜਾਬ ਤੋਂ ਬਾਹਰ ਦੂਰ ਦੂਰ ਤੱਕ ਵੀ ਸਿੱਖੀ ਪ੍ਰਚਾਰ ਪਹੁੰਚ ਗਿਆ। ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਪ੍ਰਚਾਰਕ ਬਾਹਰ ਭੇਜੇ ਗਏ ਸਨ, ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ। ਉਹ ਹੀ ਲੋਕਾਂ ਤੋਂ ਗੁਰੂ ਘਰ ਲਈ ਰਕਮਾਂ ਤੇ ਦਸਵੰਧ ਲੈ ਕੇ ਅੰਮ੍ਰਿਤਸਰ ਪਹੁੰਚਾਇਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਇਸ ਕੰਮ ਨੂੰ ਹੋਰ ਚੰਗੀ ਤਰ੍ਹਾਂ ਜਥੇਬੰਦ ਕੀਤਾ। ਇਸ ਤਰ੍ਹਾਂ ਇਹ ਲੋਕ ਲਹਿਰ ਬੜੀ ਬਲਵਾਨ ਹੋ ਗਈ। 1588 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਸਾਈਂ ਮੀਆਂ ਮੀਰ ਦੇ ਹੱਥੋਂ ਰਖਵਾਈ। ਇਸ ਤਰ੍ਹਾਂ ਗੁਰੂ ਨਾਨਕ ਜੀ ਦੇ ਸਮੇਂ ਤੋਂ ਚੱਲ ਰਹੀ ਸਿੱਖੀ ਦੀ ਲਹਿਰ ਦਾ ਵੱਡਾ ਕੇਂਦਰ ਸਥਾਪਿਤ ਹੋ ਗਿਆ। ਫਿਰ ਗੁਰੂ ਸਾਹਿਬ ਨੇ ਮਾਝੇ ਤੇ ਦੁਆਬੇ ਦਾ ਦੌਰ ਕੀਤਾ। ਥਾਂ ਥਾਂ ਲੋਕਾਂ ਨੂੰ ਨਰੋਈਆਂ ਜੀਵਨ ਕੀਮਤਾਂ ਸਮਝਾਈਆਂ, ਆਤਮਿਕ ਗਿਆਨ ਦਿੱਤਾ ਤੇ ਸਮਾਜ ਸੁਧਾਰ ਲਈ ਪ੍ਰੇਰਿਆ। ਆਪ ਦੇ ਇਹਨਾਂ ਯਤਨਾਂ ਨਾਲ ਸਿੱਖ ਲਹਿਰ ਪਿੰਡ ਪਿੰਡ ਤੇ ਘਰ ਘਰ ਪਹੁੰਚ ਗਈ। ਇਸ ਲਈ ਜ਼ਰੂਰੀ ਸੀ ਕਿ ਵੱਖ-ਵੱਖ ਇਲਾਕਿਆਂ ਵਿੱਚ ਕੇਂਦਰ ਕਾਇਮ ਹੋਣ। ਇਸ ਲਈ 1590 ਈਸਵੀ ਨੂੰ ਆਪ ਨੇ ਮਾਝੇ ਵਿੱਚ ਤਰਨ ਤਾਰਨ ਅਤੇ 4 ਸਾਲ ਪਿੱਛੋਂ 1594 ਈਸਵੀ ਨੂੰ ਦੁਆਬੇ ਵਿੱਚ ਕਰਤਾਰਪੁਰ ਕੇਂਦਰ ਬਣਾਇਆ। ਇਹ ਥਾਵਾਂ ਜਿੱਥੇ ਆਤਮਿਕ ਗਿਆਨ ਦਾ ਕੇਂਦਰ ਬਣੀਆਂ, ਉੱਥੇ ਨਾਲ ਹੀ ਵਪਾਰ ਤੋਂ ਆਰਥਿਕ ਵਿਕਾਸ ਦੇ ਕੇਂਦਰ ਵੀ ਬਣ ਗਈਆਂ। ਗੁਰਦਾਸਪੁਰ ਦੇ ਇਲਾਕੇ ਵਿੱਚ ਹਰਗੋਬਿੰਦਪੁਰਾ, ਛੇਹਰਟਾ ਸਾਹਿਬ, ਬੋਲੀ ਸਾਹਿਬ ਲਾਹੌਰ, ਗੁਰੂ ਕਾ ਬਾਗ, ਰਾਮਸਰ ਅੰਮ੍ਰਿਤਸਰ ਤੇ ਸੰਤੋਖਸਰ ਆਦਿ ਸ਼ਹਿਰ ਥਾਵਾਂ ਤੇ ਸਰੋਵਰ ਤਿਆਰ ਕਰਵਾਏ। 19 ਜੂਨ 1595 ਈਸਵੀ ਨੂੰ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਤਾਂ ਪ੍ਰਿਥੀ ਚੰਦ ਦਾ ਕੀਨਾ ਤੇ ਸਾੜਾ ਹੋਰ ਵੱਧ ਗਿਆ। ਉਸਨੇ ਸਰਕਾਰ ਦੇ ਇੱਕ ਮੁਖੀਏ ਸੁਲਹੀ ਖਾਨ ਨਾਲ ਸਾਜ਼ਿਸ਼ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤੰਗ ਕਰਨ ਦੀ ਸੋਚੀ, ਪਰ ਸੁਲਹੀ ਖਾਨ ਆਪ ਹੀ ਘੋੜੇ ਸਮੇਤ ਇੱਟਾਂ ਦੇ ਭੱਠੇ ਵਿੱਚ ਡਿੱਗ ਕੇ ਮਰ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਘਟਨਾ ਬਾਰੇ ਇੱਕ ਸ਼ਬਦ ਵੀ ਉਚਾਰਿਆ ਹੈ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ, ਪੂਰਾ ਨਿਆਓ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣਹਾਰ। ਇਸ ਤਰ੍ਹਾਂ ਇੱਕ ਹੋਰ ਥਾਂ ਕਿਹਾ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਸ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਤਿਆਰੀ ਵੱਲ ਸਾਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪਹਿਲੇ 4 ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਉਸ ਨੂੰ ਰਾਗਾਂ ਤੇ ਬਾਣੀਆਂ ਅਨੁਸਾਰ ਤਰਤੀਬ ਦਿੱਤੀ। 15 ਭਗਤਾਂ ਤੇ 15 ਗੁਰੂ ਘਰ ਦੇ ਨਿਕਟ ਵਰਤੀਆਂ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ।
ਅੰਮ੍ਰਿਤਸਰ ਦੇ ਇੱਕ ਪਾਸੇ ਬੜੀ ਸੁੰਦਰ ਇਕਾਂਤ ਥਾਂ ਰਾਮਸਰ ਬੈਠ ਕੇ ਇਸ ਮਹਾਨ ਕਾਰਜ ਨੂੰ ਕੀਤਾ। ਭਾਈ ਗੁਰਦਾਸ ਨੇ ਲਖਾਰੀ ਦੇ ਰੂਪ ਵਿੱਚ ਨਾਲ ਸਾਰਾ ਕੰਮ ਕੀਤਾ। ਇਸ ਮਹਾਨ ਰਚਨਾ ਦੀ ਤਿਆਰੀ ਦਾ ਦੂਰ ਦੂਰ ਤੱਕ ਚਰਚਾ ਹੋਇਆ। ਬਹੁਤ ਸਾਰੇ ਭਗਤ ਤੇ ਕਵੀ ਆਪਣੀਆਂ ਰਚਨਾਵਾਂ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ ਆਏ, ਪਰ ਉਹਨਾਂ ਨੇ ਆਪਣੇ ਸਿਧਾਂਤਾਂ ਦੀ ਕਸਵੱਟੀ ਤੇ ਲਾ ਕੇ ਉਹਨਾਂ ਰਚਨਾਵਾਂ ਨੂੰ ਪ੍ਰਵਾਨ ਨਾ ਕੀਤਾ। ਸ਼ਾਹ ਹੁਸੈਨ, ਭਗਤ ਕਾਨ੍ਹਾ, ਛੱਜੂ ਤੇ ਪਿੱਲੂ ਦੀਆਂ ਰਚਨਾਵਾਂ ਨੂੰ ਆਪ ਨੇ ਇਸ ਮਹਾਨ ਗ੍ਰੰਥ ਲਈ ਸਵੀਕਾਰ ਨਾ ਕੀਤਾ। 1604 ਈਸਵੀ ਨੂੰ ਆਦਿ ਗ੍ਰੰਥ ਦੀ ਤਿਆਰੀ ਪੂਰੀ ਹੋਈ। ਇਸ ਨਾਲ ਸਿੱਖਾਂ ਦੀ ਲੋਕ ਲਹਿਰ ਦਾ ਵਿਧਾਨ ਤੇ ਵਿਚਾਰਧਾਰਾ ਮੁਕੰਮਲ ਹੋ ਗਈ। ਇਸ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਗਿਆ ਤਾਂ ਕਿ ਕੋਈ ਗਲਤਫਹਿਮੀ ਨਾ ਰਹੇ ਜਾਂ ਤਬਦੀਲੀ ਨਾ ਕੀਤੀ ਜਾ ਸਕੇ। 1604 ਵਿੱਚ ਆਦਿ ਬੀੜ ਦੀ ਤਿਆਰੀ ਪਿੱਛੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਉਸ ਦਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ। ਜਦੋਂ ਇਹ ਮਹਾਨ ਰਚਨਾ ਤਿਆਰ ਕੀਤੀ ਜਾ ਰਹੀ ਸੀ ਤਾਂ ਗੁਰੂ ਘਰ ਦੇ ਦੋਖੀਆਂ ਨੇ ਜਾ ਕੇ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਅਜਿਹੀ ਰਚਨਾ ਤਿਆਰ ਕਰ ਰਹੇ ਹਨ ਜਿਸ ਵਿੱਚ ਹਿੰਦੂ ਤੇ ਮੁਸਲਮਾਨ ਪੀਰਾਂ ਤੇ ਅਵਤਾਰਾਂ ਦੀ ਨਿੰਦਿਆ ਕੀਤੀ ਗਈ ਹੈ। ਅਕਬਰ ਬਾਦਸ਼ਾਹ ਲਾਹੌਰ ਜਾਂਦਾ ਹੋਇਆ 1598 ਈਸਵੀ ਨੂੰ ਗੋਇੰਦਵਾਲ ਠਹਿਰਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ। ਜਦ ਉਸਨੇ ਬਾਣੀ ਸੁਣੀ ਤਾਂ ਬੜਾ ਖੁਸ਼ ਹੋਇਆ ਅਤੇ ਇਸ ਮਹਾਨ ਰਚਨਾ ਦੀ ਉਸਨੇ ਰੱਜ ਕੇ ਪ੍ਰਸ਼ੰਸਾ ਕੀਤੀ। ਬਾਦਸ਼ਾਹ ਦੇ ਲਾਹੌਰ ਠਹਿਰਨ ਤੇ ਉਹਦੇ ਖਰਚੇ ਲਈ ਰਕਮਾਂ ਪ੍ਰਾਪਤ ਕਰਨ ਦੀ ਰੁਚੀ ਨਾਲ ਸੂਬੇ ਦੇ ਹਾਕਮਾਂ ਨੇ ਜ਼ਿਮੀਂਦਾਰਾਂ ਦਾ ਮਾਲੀਆ ਵਧਾ ਦਿੱਤਾ, ਜਿਸ ਕਰਕੇ ਲੋਕ ਦੁਖੀ ਹੋ ਗਏ। ਜਦ ਅਕਬਰ ਨੇ ਗੁਰੂ ਅਰਜਨ ਦੇਵ ਜੀ ਨੂੰ ਕੋਈ ਮਦਦ ਲੈਣ ਲਈ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਲਈ ਕੁਝ ਵੀ ਨਹੀਂ ਚਾਹੀਦਾ, ਤੁਸੀਂ ਜ਼ਿਮੀਂਦਾਰਾਂ ਦਾ ਮਾਲੀਆ ਘੱਟ ਕਰ ਦਿਓ, ਲੋਕ ਇਤਨੀ ਰਕਮ ਨਹੀਂ ਦੇ ਸਕਦੇ। ਅਕਬਰ ਬਾਦਸ਼ਾਹ ਨੇ ਉਸ ਵੇਲੇ ਹੁਕਮ ਜਾਰੀ ਕਰ ਦਿੱਤਾ ਤੇ ਮਾਲੀਆ ਘੱਟ ਹੋ ਗਿਆ। ਜਦੋਂ ਤੱਕ ਅਕਬਰ ਜਿੰਦਾ ਰਿਹਾ, ਇਸ ਪਾਸੇ ਕਿਸੇ ਨੂੰ ਗੁਰੂ ਸਾਹਿਬ ਦੀ ਖੁੱਲ੍ਹ ਕੇ ਵਿਰੋਧਤਾ ਕਰਨ ਦਾ ਹੌਸਲਾ ਨਾ ਪਿਆ। 1605 ਈਸਵੀ ਨੂੰ ਅਕਬਰ ਬਾਦਸ਼ਾਹ ਮਰ ਗਿਆ। ਉਸ ਦੀ ਥਾਂ ਜਹਾਂਗੀਰ ਬਾਦਸ਼ਾਹ ਬਣ ਗਿਆ। ਅਕਬਰ ਕੱਟੜ ਮੁਸਲਮਾਨ ਨਹੀਂ ਸੀ, ਜਿਸ ਕਰਕੇ ਮੁਲਾਣੇ ਉਸ 'ਤੇ ਖੁਸ਼ ਨਹੀਂ ਸਨ। ਜਹਾਂਗੀਰ ਨੇ ਉਹਨਾਂ ਦੀ ਮਦਦ ਨਾਲ ਰਾਜ ਸੰਭਿਆ ਅਤੇ ਮੁਲਾਣਿਆਂ ਕਾਜ਼ੀਆਂ ਨਾਲ ਇਕਰਾਰ ਕੀਤਾ ਕਿ ਉਹ ਇਸਲਾਮ ਦੇ ਵਾਧੇ ਲਈ ਹਰ ਯਤਨ ਕਰੇਗਾ। ਉਂਝ ਵੀ ਉਹ ਪਿਤਾ ਵਰਗਾ ਖੁੱਲ੍ਹਦਿਲਾ ਤੇ ਆਜ਼ਾਦ ਖਿਆਲਾਂ ਵਾਲਾ ਨਹੀਂ ਸੀ। ਉਹਨੇ ਗੁਰੂ ਅਰਜਨ ਦੇਵ ਜੀ ਦੀ ਵੱਧ ਰਹੀ ਮਹਾਨਤਾ ਤੇ ਉੱਭਰ ਰਹੀ ਇਸ ਲੋਕ ਲਹਿਰ ਨੂੰ ਆਪਣੇ ਰਾਜ ਤੇ ਇਸਲਾਮ ਲਈ ਖਤਰਨਾਕ ਸਮਝਿਆ। ਇਨ੍ਹਾਂ ਦਿਨਾਂ ਵਿੱਚ ਹੀ ਜਹਾਂਗੀਰ ਵਿਰੁੱਧ ਖੁਸਰੋ ਨੇ ਬਗਾਵਤ ਕਰ ਦਿੱਤੀ ਤੇ ਜਦ ਉਹ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਗੁਰੂ ਜੀ ਨੂੰ ਮਿਲਿਆ। ਲੰਗਰ ਵਿੱਚੋਂ ਉਸਨੇ ਪ੍ਰਸ਼ਾਦਾ ਛਕਿਆ। ਇਸ ਗੱਲ ਦਾ ਜਹਾਂਗੀਰ ਨੇ ਬਹੁਤ ਬੁਰਾ ਮਨਾਇਆ। ਉਹ ਖੁਸਰੋ ਦਾ ਪਿੱਛਾ ਕਰਦਾ ਆ ਰਿਹਾ ਸੀ। ਤੁਰੰਤ ਉਹਨੇ ਬਿਨਾਂ ਪੜਤਾਲ ਕੀਤੇ ਤੇ ਮੁਕੱਦਮਾ ਚਲਾਏ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਜਦ ਗ੍ਰਿਫਤਾਰ ਕਰ ਲਏ ਗਏ ਤਾਂ ਜਹਾਂਗੀਰ ਨੇ ਉਹਨਾਂ ਨੂੰ ਚੰਦੂ ਸ਼ਾਹ ਦੇ ਹਵਾਲੇ ਕਰ ਦਿੱਤਾ ਤੇ ਹੁਕਮ ਦਿੱਤਾ ਕਿ ਇਹਨਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਏ, ਕਿਉਂਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਉਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਨਹੀਂ ਸੀ ਕੀਤਾ। ਉਹਨੇ ਅਜਿਹੇ ਮਾੜੇ ਸ਼ਬਦ ਵਰਤੇ ਸਨ ਜਿਨ੍ਹਾਂ ਨੇ ਸਿੱਖਾਂ ਦੇ ਦਿਲਾਂ 'ਤੇ ਸੱਟ ਮਾਰੀ ਸੀ ਤੇ ਸਿੱਖਾਂ ਦੇ ਬੇਨਤੀ ਕਰਨ 'ਤੇ ਗੁਰੂ ਸਾਹਿਬ ਨੇ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ ਸੀ। ਉਹਨੇ ਜਾਤੀ ਨਾਰਾਜ਼ਗੀ ਦਾ ਬਦਲਾ ਲੈਣ ਲਈ ਸ਼ਾਹ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਚੰਦੂ ਦੇ ਭੜਕਾਉਣ 'ਤੇ ਸਤਿਗੁਰੂ ਵਿਰੁੱਧ ਖੁਸਰੋ ਨੂੰ ਮਾਲੀ ਸਹਾਇਤਾ ਦੇਣ ਦਾ ਇਲਜ਼ਾਮ ਲਾਇਆ ਗਿਆ ਤੇ ਬਾਦਸ਼ਾਹ ਨੇ 2 ਲੱਖ ਰੁਪਏ ਜੁਰਮਾਨਾ ਭਰਨ ਦਾ ਦੰਡ ਦਿੱਤਾ। ਗੁਰੂ ਸਾਹਿਬ ਨੇ ਇਹ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਆਪ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਨੂੰ ਗਰਮ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਫਿਰ ਸੜਦੇ ਤਵੇ 'ਤੇ ਬਿਠਾਇਆ ਗਿਆ, ਪਰ ਇਹ ਕਸ਼ਟ ਉਹਨਾਂ ਨੂੰ ਡਲਾ ਨਾ ਸਕਿਆ। ਇਸ ਪਿੱਛੋਂ ਨਾਲ ਹੀ ਗਰਮ ਰੇਤ ਦੇ ਕੜਛੇ ਭਰ ਕੇ ਸਰੀਰ 'ਤੇ ਪਾਏ ਗਏ।
ਗਰਮੀਆਂ ਦੇ ਮੌਸਮ ਵਿੱਚ ਇਸ ਤੋਂ ਵੱਧ ਕੇ ਹੋਰ ਅਤਿਆਚਾਰ ਤੇ ਜ਼ੁਲਮ ਕੀ ਹੋ ਸਕਦਾ ਸੀ। ਫਿਰ ਆਪ ਦੇ ਗਰਮ ਸੜੇ ਹੋਏ ਛਾਲਿਆਂ ਵਾਲੇ ਸਰੀਰ ਨੂੰ ਠੰਡੇ ਪਾਣੀ ਵਿੱਚ ਪਾਉਣ ਦੀ ਕਾਰਵਾਈ ਇਸ ਲਈ ਕੀਤੀ ਗਈ ਤਾਂ ਜੋ ਸਾੜ ਤੇ ਜਲਣ ਵਧੇ। ਜਦ ਆਪ ਨੂੰ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਭੇਜਿਆ ਗਿਆ ਤਾਂ ਆਪ ਉੱਥੇ ਹੀ ਜੋਤੀ ਜੋਤ ਸਮਾ ਗਏ। ਕਵੀ ਅਵਾਰਾ ਆਪ ਦੀ ਇਸ ਸ਼ਹੀਦੀ ਘਟਨਾ ਨੂੰ ਇਉਂ ਬਿਆਨ ਕਰਦਾ ਹੈ: ਜੇਠ ਹਾੜ ਵਿੱਚ ਵਸੀਆਂ ਅੱਗਾਂ, ਸਾਵਣ ਸ਼ੈਬਰ ਲਾਈ, ਰਾਤ ਹਨੇਰੀ ਪਿੱਛੋਂ ਚਿੱਟੀ, ਚੰਨ ਚਾਨਣੀ ਆਈ। ਇੰਜੇ ਜ਼ੁਲਮ ਸਿਤਮ ਦੀਆਂ ਲੋਹਾਂ, ਹੱਦੋਂ ਵੱਧ ਜਦ ਤਪੀਆਂ, ਉੱਪਰ ਉਸ ਠੰਡ ਦੇ ਸੋਮੇ ਆਣ ਸਮਾਧੀ ਲਾਈ। ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਵੀ ਇਸ ਸ਼ਹੀਦੀ ਘਟਨਾ ਬਾਰੇ ਕਵਿਤਾ ਦਾ ਇੱਕ ਬੰਦ ਹੈ: ਅਗਨੀ ਜਲਾਈ ਆਪ ਜਿਸ, ਸੇਕ ਇਸ਼ਕ ਦਾ ਸੀ ਲਾਇਆ, ਰਾਹੀ ਗੀਤ ਗਾ ਕੇ ਤੁਰ ਗਿਆ, ਜਿਸ ਸੱਚ ਕਰ ਦਿਖਲਾਇਆ। ਲੋਹੋ ਲਾਲ ਤੇ ਆਸਨ ਜਮਾ, ਸਿਰ ਗਰਮ ਰੇਤਾ ਸਹਿ ਲਿਆ, ਉਬਲਦੀ ਵਿੱਚ ਦੇਗ ਦੇ ਬਹਿ, ਵਟ ਨਾ ਮੱਥੇ ਪਾਇਆ। ਤੱਕ ਲੋ ਉਹ ਪੁਤਲਾ ਪ੍ਰੇਮ ਦਾ, ਅਰਜਨ ਗੁਰੂ ਮਹਾਰਾਜ ਹੈ, ਮਿਲ ਸਭ ਸ਼ਹੀਦਾਂ ਨੇ ਕਿਹਾ, ਸਾਡਾ ਇਹ ਸਿਰਤਾਜ ਹੈ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਦਾ ਵੱਡਾ ਕਾਰਨ ਸਿੱਖੀ ਦੀ ਲੋਕ ਲਹਿਰ ਦਾ ਬਲਵਾਨ ਹੋਣਾ ਸੀ। ਕੋਈ ਵੀ ਸਰਕਾਰ ਇਹ ਬਰਦਾਸ਼ਤ ਨਹੀਂ ਕਰਦੀ ਕਿ ਉਹਦੇ ਰਾਹ ਵਿੱਚ ਰੋੜਾ ਬਣਨ ਲਈ ਤਾਕਤ ਪੈਦਾ ਹੋ ਜਾਵੇ। ਸਮੇਂ ਦੀ ਹੁਕੂਮਤ ਲੋਕਾਂ 'ਤੇ ਅਤਿਆਚਾਰ ਕਰਦੀ ਸੀ। ਹਾਕਮ ਸ਼੍ਰੇਣੀ ਤੋਂ ਲੋਕਾਂ ਦੀ ਇੱਜ਼ਤ ਤੇ ਜਾਨ ਮਾਲ ਖਤਰੇ ਵਿੱਚ ਸੀ। ਇਨ੍ਹਾਂ ਜਾਬਰ ਤੇ ਅਨਿਆਈ ਤਾਕਤਾਂ ਦਾ ਗੁਰੂ ਸਾਹਿਬ ਖੰਡਨ ਕਰਦੇ ਸਨ। ਉਹ ਸੱਚ ਦੇ ਵਪਾਰੀ ਸਨ ਤੇ ਸੱਚਾਈ ਲਈ ਡਟਣ ਦੀ ਲੋਕਾਂ ਨੂੰ ਪ੍ਰੇਰਨਾ ਕਰਦੇ ਸਨ। ਉਹਨਾਂ ਨੇ ਇਸ ਲਹਿਰ ਨੂੰ ਇਤਨਾ ਤਕੜਾ ਕਰ ਦਿੱਤਾ ਸੀ ਕਿ ਹੁਣ ਇਹਦਾ ਆਪਣਾ ਹੈੱਡਕੁਆਟਰ ਸੀ, ਜਿੱਥੇ ਆ ਕੇ ਜੀਵਨ ਤੌਰ ਸਮਝੀ ਜਾ ਸਕਦੀ ਸੀ। ਇਲਾਕਿਆਂ ਵਿੱਚ ਵੀ ਕੇਂਦਰ ਬਣ ਚੁੱਕੇ ਸਨ। ਇਸ ਲਈ ਹੁਕੂਮਤ ਨੂੰ ਇਹ ਜਥੇਬੰਦ ਲਹਿਰ ਰੜਕਦੀ ਸੀ ਤੇ ਬਾਦਸ਼ਾਹ ਜਹਾਂਗੀਰ ਨੇ ਇਸ ਨੂੰ ਖਤਮ ਕਰਨ ਲਈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ। ਭਾਵੇਂ ਪ੍ਰਗਟ ਤੌਰ 'ਤੇ ਉਸਨੇ ਖੁਸਰੋ ਦੀ ਬਗਾਵਤ ਸਮੇਂ ਮਦਦ ਦਾ ਇਲਜ਼ਾਮ ਲਾਇਆ, ਉਸ ਦੇ ਮਨ ਦੀ ਹਾਲਤ ਦਾ ਪਤਾ ਜਹਾਂਗੀਰ ਦੀ ਸਵੈ ਜੀਵਨੀ ਤੋਜ ਕੇ ਜਹਾਂਗੀਰੀ ਤੋਂ ਲੱਗਦਾ ਹੈ। ਗੁਰੂ ਜੀ ਦੀ ਸ਼ਹੀਦੀ ਤੋਂ ਕੁਝ ਕੁ ਦਿਨ ਪਿੱਛੋਂ 6 ਜੂਨ 1606 ਈਸਵੀ ਨੂੰ ਜਹਾਂਗੀਰ ਆਪਣੀ ਸਵੈ ਜੀਵਨੀ ਵਿੱਚ ਲਿਖਦਾ ਹੈ: ਗੋਇੰਦਵਾਲ ਵਿੱਚ, ਜੋ ਕਿ ਦਰਿਆ ਬਿਆਸ ਦੇ ਕੰਢੇ 'ਤੇ ਵਾਕਿਆ ਹੈ, ਪੀਰਾਂ ਫਕੀਰਾਂ ਦੇ ਭੇਸ ਵਿੱਚ ਅਰਜਨ ਨਾਂ ਦਾ ਇੱਕ ਹਿੰਦੂ ਸੀ। ਉਸਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਨੂੰ ਹੀ ਨਹੀਂ ਸਗੋਂ ਕਈ ਬੇਸਮਝ ਤੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਢੰਗ ਤਰੀਕਿਆਂ ਦੇ ਉਪਦੇਸ਼ਾਂ ਦਾ ਸਿਦਕੀ ਬਣਾ ਕੇ ਆਪਣੀ ਪੀਰੀ ਤੇ ਰੱਬ ਨਾਲ ਨਜ਼ਦੀਕੀ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਸਾਰਿਆਂ ਪਾਸਿਆਂ ਤੋਂ ਮੂਰਖ ਤੇ ਮੂਰਖਾਂ ਦੇ ਪੁਜਾਰੀ ਲੋਕ ਉਸ ਦੇ ਉਦਾਲੇ ਆ ਜੁੜਦੇ ਸਨ ਅਤੇ ਉਸ ਉੱਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ। 3-4 ਪੀੜ੍ਹੀਆਂ ਤੋਂ ਉਹਨਾਂ ਨੇ ਇਹ ਦੁਕਾਨ ਗਰਮ ਰੱਖੀ ਹੋਈ ਸੀ। ਮੁੱਦਤਾਂ ਤੋਂ ਮੇਰੇ ਦਿਲ ਵਿੱਚ ਖਿਆਲ ਆਇਆ ਕਰਦਾ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਜਾਂ ਉਸ ਨੂੰ ਮੁਸਲਮਾਨੀ ਮੱਤ ਵਿੱਚ ਲਿਆਉਣਾ ਚਾਹੀਦਾ ਹੈ। ਅੱਗੇ ਚੱਲ ਕੇ ਜਹਾਂਗੀਰ ਖੁਸਰੋ ਦੀ ਬਗਾਵਤ ਦਾ ਜ਼ਿਕਰ ਕਰਦਿਆਂ ਲਿਖਦਾ ਹੈ: ਜਦੋਂ ਇਹ ਗੱਲ ਮੇਰੇ ਕੰਨੀ ਪਈ, ਮੈਂ ਹੁਕਮ ਦਿੱਤਾ ਕਿ ਉਸ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਉਸ ਦੀ ਜਾਇਦਾਦ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਜਾਨੋਂ ਮਾਰ ਦਿੱਤਾ ਜਾਵੇ। ਇਸ ਤੋਂ ਸਪਸ਼ਟ ਹੈ ਕਿ ਜਹਾਂਗੀਰ ਬਾਦਸ਼ਾਹ ਨੂੰ ਬਹੁਤ ਗੁੱਸਾ ਇਸ ਗੱਲ ਦਾ ਸੀ ਕਿ ਲੋਕੀ ਧੜਾ ਧੜ ਗੁਰੂ ਘਰ ਦੇ ਪੈਰੋਕਾਰ ਕਿਉਂ ਬਣਦੇ ਜਾ ਰਹੇ ਹਨ। ਉਸਨੇ ਪਹਿਲਾਂ ਇਸਲਾਮ ਵਿੱਚ ਲਿਆਉਣ ਲਈ ਵਾਹ ਲਾਈ ਹੋਵੇਗੀ, ਪਰ ਜਦੋਂ ਦੇਖਿਆ ਕਿ ਦਾਲ ਨਹੀਂ ਗਲਦੀ ਤਾਂ ਅਖੀਰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਕੁਝ ਭੁੱਲੜ ਲੋਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਨੂੰ ਬਹੁਤ ਮਹਾਨਤਾ ਦਿੰਦੇ ਹਨ। ਉਹਨਾਂ ਦੀ ਗੱਲ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਇੱਕ ਘਰੇਲੂ ਰਿਸ਼ਤੇ ਤੋਂ ਝਗੜਾ ਵੱਧ ਗਿਆ ਤੇ ਅਖੀਰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।
ਇਹ ਗੱਲ ਅਸਲੀਅਤ ਦੇ ਬਿਲਕੁਲ ਉਲਟ ਹੈ। ਇਹ ਹੋ ਸਕਦਾ ਹੈ ਕਿ ਤਸੀਹੇ ਦੇਣ ਸਮੇਂ ਚੰਦੂ ਨੇ ਆਪਣਾ ਗੁੱਸਾ ਵੀ ਕੱਢ ਲਿਆ ਹੋਵੇ, ਪਰ ਸ਼ਹੀਦੀ ਦੀ ਅਸਲ ਮਹਾਨਤਾ ਇਸ ਕਰਕੇ ਹੈ ਕਿ ਉਹਨਾਂ ਨੇ ਸਿੱਖ ਲੋਕ ਲਹਿਰ ਨੂੰ ਇਤਨਾ ਬਲਵਾਨ ਬਣਾ ਦਿੱਤਾ ਸੀ ਕਿ ਸਮੇਂ ਦੀ ਹਕੂਮਤ ਵੀ ਡਰਨ ਲੱਗ ਪਈ ਸੀ। ਉਸ ਨੂੰ ਖਤਰਾ ਪੈਦਾ ਹੋ ਗਿਆ ਸੀ, ਜਿਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਖੁਸਰੋ ਦੀ ਮਦਦ ਤਾਂ ਸਰਕਾਰ ਨੂੰ ਇੱਕ ਬਹਾਨਾ ਮਿਲ ਗਿਆ। ਜਹਾਂਗੀਰ ਆਪ ਮੰਨਦਾ ਹੈ ਕਿ ਉਹ ਕਾਫੀ ਸਮੇਂ ਤੋਂ ਇਹਨਾਂ ਦੀ ਵੱਧ ਰਹੀ ਤਾਕਤ ਤੋਂ ਦੁਖੀ ਸੀ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਸਥਾਨ ਦੀ ਨਿਸ਼ਾਨਦੇਹੀ ਗੁਰੂ ਹਰਗੋਬਿੰਦ ਜੀ ਨੇ ਕੀਤੀ ਤੇ ਉਸ ਥਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਉਸਾਰਿਆ ਗਿਆ।